ਜਦੋਂ ਔਰੰਗਜ਼ੇਬ ਧਰਮ ਪਰਿਵਰਤਨ ਕਰਵਾ ਰਿਹਾ ਸੀ ਹਿੰਦੂਆਂ ਦੇ ਜਾਂ ਕਸ਼ਮੀਰੀ ਪੰਡਤਾਂ ਦੇ, ਤਾਂ ਉਹਨਾਂ ਨੇ ਤੇਗ ਬਹਾਦਰ ਜੀ ਕੋਲ ਆ ਕੇ ਮਦਦ ਮੰਗੀ ਸੀਗੀ। ਤੇਗ ਬਹਾਦਰ ਜੀ ਇਸ ਸ਼ਰਤ 'ਤੇ ਮਦਦ ਕਰਨ ਲਈ ਤਿਆਰ ਹੋਏ ਸੀ ਵੀ ਤੁਸੀਂ ਗੁਰਮਤ ਅਡਾਪਟ ਕਰੋਗੇ, ਇਹ ਸਿੱਖਿਆ ਅਡਾਪਟ ਕਰੋਗੇ, ਆਪਣਾ ਜੋ ਪਹਿਲਾਂ ਕਰ ਰਹੇ ਹੋ ਉਹਨੂੰ ਛੱਡ ਦੋਗੇ ਤਾਂ ਫਿਰ ਅਸੀਂ ਮਦਦ ਕਰ ਸਕਦੇ ਹਾਂ। ਉਹਨਾਂ ਨੇ ਹਾਂ ਕੀਤੀ ਸੀ ਕਸ਼ਮੀਰੀ ਪੰਡਤਾਂ ਨੇ, ਪਰ ਬਾਅਦ ਵਿੱਚ ਔਰੰਗਜ਼ੇਬ ਨੇ ਦੇਖਿਆ ਵੀ ਮੇਰੇ ਤੋਂ ਗਲਤੀ ਹੋ ਗਈ, ਫਿਰ ਉਹਨਾਂ ਨੇ ਧਰਮ ਪਰਿਵਰਤਨ ਬੰਦ ਕਰਤਾ ਸੀ ਕਸ਼ਮੀਰ ਦੇ ਪੰਡਤਾਂ ਦਾ। ਪਰ ਉਹ ਕਸ਼ਮੀਰੀ ਪੰਡਿਤ ਬਾਅਦ 'ਚ ਮੁੱਕਰ ਗਏ ਸੀ ਵੀ ਅਸੀਂ ਆਪਣਾ ਧਰਮ ਨਹੀਂ ਛੱਡਣਾ ਜੋ ਅਸੀਂ ਕਰ ਰਹੇ ਹਾਂ। ਉਹਨਾਂ ਨੇ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾ ਕੇ ਬਾਅਦ 'ਚ ਮੁੱਕਰ ਗਏ ਆਪਣੇ ਵਾਅਦੇ ਤੋਂ। ਕਿਰਪਾ ਰਾਮ ਆਪਣੇ ਵਾਅਦੇ 'ਤੇ ਪੱਕਾ ਰਿਹਾ, ਉਹ ਇਹਨਾਂ ਨਾਲ ਸੀਗਾ, ਤੇਗ ਬਹਾਦਰ ਜੀ ਨਾਲ ਗਿਆ ਸੀਗਾ। ਗੋਬਿੰਦ ਸਿੰਘ ਜੀ ਨੂੰ ਵੀ ਸਿੱਖਿਆ ਉਹਨੇ ਹੀ ਦਿੱਤੀ ਸੀਗੀ। ਫਿਰ ਉਸੇ ਮੁੱਕਰਨ ਕਰਕੇ ਕਸ਼ਮੀਰੀ ਪੰਡਿਤ ਅੱਜ ਤੱਕ ਕਸ਼ਮੀਰੀ ਵਾਦੀ ਦੇ ਵਿੱਚ ਧੱਕੇ ਖਾ ਰਹੇ ਨੇ। ਅੱਜ ਤੱਕ ਉਹ ਮਰ ਰਹੇ ਨੇ ਉੱਥੇ, ਉਹਨਾਂ ਨੂੰ ਆਪਣਾ ਕੋਈ ਘਰ ਨਹੀਂ ਮਿਲ ਰਿਹਾ, ਨਾ ਕੋਈ ਸਰਕਾਰ ਉਹਨਾਂ ਦੀ ਮਦਦ ਕਰ ਰਹੀ ਆ। ਉਹ ਕਿਰਪਾ ਰਾਮ ਨੇ ਹੀ ਫਿਰ ਕਿਹਾ ਸੀ ਗੋਬਿੰਦ ਸਿੰਘ ਜੀ ਨੂੰ, ਇਹ ਜਿਸ ਧਰਮ 'ਤੇ ਜਿਸ ਪੱਥਰ ਪੂਜਾ 'ਤੇ ਇਹ ਇੰਨਾ ਵਿਸ਼ਵਾਸ ਕਰਦੇ ਨੇ, ਤੂੰ ਉਸਨੂੰ ਉਸ 'ਤੇ ਹੀ ਲਿਖ, ਉਸ ਨੂੰ ਹੀ ਖਤਮ ਕਰ। ਉਸ ਸੰਦਰਭ 'ਚ ਇਹ ਸਾਰਾ ਗ੍ਰੰਥ ਲਿਖਿਆ ਗਿਆ। ਇਸੇ ਗ੍ਰੰਥ ਦੇ ਲਿਖਣ ਕਰਕੇ ਹੀ ਇਹਨਾਂ 'ਤੇ ਅਟੈਕ ਹੁੰਦੇ ਰਹੇ। ਅਨੰਦਪੁਰ ਸਾਹਿਬ ਰਹਿੰਦੇ ਸੀ, ਪਹਾੜੀ ਰਾਜੇ ਖਿੱਝ ਕੇ ਅਟੈਕ ਕਰਦੇ ਰਹੇ। ਇਹ ਜਦ ਡਿਫੈਂਸ ਕਰਦੇ ਸੀ ਜਿੱਤ ਜਾਂਦੇ ਸੀ। ਹਾਲਾਂਕਿ ਕੋਈ ਜਦ ਰਾਜਾ ਹਾਰ ਜਾਂਦਾ ਸੀ ਉਹਦਾ ਰਾਜ ਦੂਜੇ ਰਾਜੇ ਦੇ ਅਧੀਨ ਹੋ ਜਾਂਦਾ ਸੀ। ਇਹਨਾਂ ਨੇ ਅਨੰਦਪੁਰ ਸਾਹਿਬ ਹੀ ਆਪਣਾ ਡੇਰਾ ਰੱਖਿਆ, ਕੋਈ ਰਾਜ ਨਹੀਂ ਕਿਸੇ ਦਾ ਸਾਂਭਿਆ। ਜੇ ਉਹਨਾਂ ਨੂੰ ਹਰਾ ਦਿੰਦੇ ਸੀ ਉਹਨਾਂ ਦਾ ਰਾਜ ਉਹਨਾਂ ਨੂੰ ਵਾਪਸ ਕਰ ਦਿੰਦੇ ਸੀਗੇ, ਕਿਉਂਕਿ ਇਹਨਾਂ ਦੀ ਕੋਈ ਮਨਸ਼ਾ ਨਹੀਂ ਸੀ ਰਾਜ ਕਰਨ ਦੀ। ਇਹ ਸਾਰੀ ਬੈਕਗਰਾਊਂਡ ਸੀਗੀ। ਆਹ ਗੱਲਾਂ ਕਰਕੇ ਉਹ ਖਿੱਚਦੇ ਸੀ ਅਤੇ ਅਟੈਕ ਕਰਦੇ ਸੀ। ਆਹ ਗੱਲਾਂ ਸ਼ਰੇਆਮ ਜੋ ਲਿਖੀਆਂ ਹੋਈਆਂ ਨੇ। ਹੁਣ ਇਹ 'ਚ ਲਿਖਿਆ ਹੋਇਆ ਵੀ ਕ੍ਰਿਸ਼ਨ, ਰਾਮ ਜਾਂ ਵਿਸ਼ਨੂੰ, ਇਹ ਬ੍ਰਹਮਾ, ਇਹ ਤੁਹਾਨੂੰ ਕਾਲ ਤੋਂ ਨਹੀਂ ਬਚਾ ਸਕਦੇ, ਇਹ ਖੁਦ ਤਾਂ ਕਾਲ ਦੀ ਗ੍ਰਸਤ 'ਚ ਰਹੇ ਨੇ। ਵੀ ਇਹ ਤਾਂ ਆਪ ਮੂਹਰੇ ਭੱਜੇ ਫਿਰਦੇ ਸੀਗੇ ਕਾਲ 'ਤੇ, ਵੀ ਐਸਾ ਕੋਈ ਦਾਵਾ ਨਹੀਂ ਕਰਕੇ ਗਿਆ ਜਾਹੇ ਉਪਾਪ ਸੋ ਘਾਵ ਬਚਈਏ। ਕੋਈ ਉਪਾਅ ਕਾਲ ਦੇ ਘਾਵ ਤੋਂ, ਕਾਲ ਦੇ ਵਾਰ ਤੋਂ, ਕਾਲ ਦੇ ਜ਼ਖਮ ਤੋਂ ਬਚਾ ਸਕੇ। ਜਾਤੇ ਨਾ ਛੂਟੀ ਮੂੜ ਕਹੂੰ ਹਸੀ, ਤਾਂ ਕਿ ਨਾ ਕਿਉਂ ਸ਼ਰਨਾਗਤੀ ਜਾਈਏ। ਵੀ ਜਿਨ੍ਹਾਂ ਨੂੰ ਦੇਖ ਕੇ ਹਾਸਾ ਨਹੀਂ ਡੁੱਕ ਰਿਹਾ ਉਹਨਾਂ ਦੀ ਸ਼ਰਨ 'ਚ ਕਿਉਂ ਜਾਈਏ, ਉਹ ਮੂਰਖਾਂ ਦੀ। ਕ੍ਰਿਸ਼ਨ ਅਰ ਬਿਸ਼ਨ ਜਪੇ ਤੋਹੇ ਕੋਟਿਕ, ਰਾਮ ਰਹੀਮ ਭਲੀ ਵਿਧੀ ਧਿਆਇਓ। ਵੀ ਕ੍ਰਿਸ਼ਨ ਬਿਸ਼ਨ ਤੁਸੀਂ ਲੱਖਾਂ ਵਾਰ ਜਪੇ ਨੇ, ਅਤੇ ਰਾਮ ਵਰਗੇ ਤੁਸੀਂ ਭਲੀ ਵਿਧੀ ਚੰਗੀਆਂ ਵਿਧੀਆਂ ਨਾਲ ਧਿਆਏ ਨੇ, ਉਹਨਾਂ ਦੀ ਪੂਜਾ ਕੀਤੀ ਆ। ਬ੍ਰਹਮ ਜਪਿਓ ਅਰ ਸ਼ੰਭੂ ਥਪਿਓ, ਸ਼ਿਵਲਿੰਗ ਥੱਪ ਕੇ ਉਹਦੀ ਪੂਜਾ ਕੀਤੀ, ਬ੍ਰਹਮ ਜਪਿਆ। ਤੇ ਤੋਹੇ ਕੋ ਕਿਨਹੂ ਨਾ ਬਚਾਇਓ, ਖਾਲ ਤੋਂ ਇਹ ਕੋਈ ਨਹੀਂ ਬਚਾ ਸਕਦੇ, ਕੋਈ ਵੀ ਇਹਨਾਂ 'ਚੋਂ। ਕੋਟ ਕਰੀ ਤਪੱਸਿਆ ਦਿਨ ਕੋਟਿਕ, ਕਾਹੂ ਨਾ ਕੌਡੀ ਕੋ ਕਾਮ ਕਢਾਇਓ। ਕਹਿੰਦੇ ਤੁਸੀਂ ਲੱਖਾਂ ਦਿਨ ਚਾਹੇ ਤਪੱਸਿਆ ਕਰ ਲਓ, ਤੁਸੀਂ ਇੱਕ ਕੌਡੀ ਦਾ ਵੀ ਕੰਮ ਨਹੀਂ ਕਢਵਾ ਸਕਦੇ ਇਹਨਾਂ ਤੋਂ। ਕਾਮ ਕਾ ਮੰਤਰ ਕਸੀਰੇ ਕੇ ਕਾਮਨਾ, ਕਾਲ ਕੋ ਘਾਓ ਕਿਨੂ ਨਾ ਬਚਾਇਓ। ਇਹਨਾਂ ਦਾ ਮੰਤਰ ਕੋਈ ਕੰਮ ਦਾ ਮੰਤਰ ਨਹੀਂ, ਇਹ ਕਾਲ ਦੇ ਘਾਵ ਤੋਂ ਨਹੀਂ ਬਚਾ ਸਕਦੇ ਤੁਹਾਨੂੰ। ਇੱਕ ਦਮੜੀ ਦੇ ਵੀ ਮੰਤਰ ਨਹੀਂ ਇਹਨਾਂ ਦੇ। ਕਾਹੇ ਕੋ ਕੂੜ ਕਰੇ ਤਪੱਸਿਆ ਇਨਕੀ, ਕਾਹੇ ਕੋ ਕੂੜ ਝੂਠੇ ਮੂਰਖੋ, ਇਹਨਾਂ ਦੀ ਤਪੱਸਿਆ ਕਿਉਂ ਕਰਦੇ ਹੋ। ਕੋ ਕੌਡੀ ਕੇ ਕਾਮਨਾ ਹੈ, ਇਹ ਤਾਂ ਕੌਡੀ ਦੇ ਕੰਮ ਵੀ ਨਹੀਂ ਆਉਂਦੇ। ਤੋਹੇ ਬਚਾਏ ਸਕੇ ਕਹੋ ਕੈਸੇ, ਕਹਿ ਆਪਨ ਘਾਵ ਬਚਾਏ ਨਾ ਹੈ। ਤੁਹਾਨੂੰ ਕੀ ਬਚਾਉਣਗੇ, ਆਪਣੇ ਘਾਵ ਤਾਂ ਕਾਲ ਦੇ ਬਚਾ ਨਹੀਂ ਸਕੇ, ਤੁਹਾਨੂੰ ਕੀ ਬਚਾ ਸਕਣਗੇ ਇਹ। ਕੋਪ ਕਰਾਲ ਕੀ ਪਾਵਕ ਕੁੰਡ ਮੇ, ਆਪ ਟੰਗਿਓ ਤੇ ਤੋਹੇ ਟੰਗੇ। ਅੱਗ ਦੀ ਕੁੰਡਾ, ਪਾਪ ਦੇ ਭਰੇ ਮਨ, ਆਪਣੇ ਮੂਲ ਤੋਂ ਦੂਰ ਜਾਣ ਦਾ ਉਹ ਜਿਹੜਾ ਪਾਪ ਆ, ਉਹ ਜਿਹੜਾ ਆਪਾਂ ਕਰ ਰਹੇ ਹਾਂ ਉਸ ਦੀ ਕੁੰਡ ਭਰੀ ਹੋਈ ਆ, ਉਸ ਵਿੱਚ ਆਪ ਵੀ ਟੰਗੇ ਹੋਏ ਨੇ ਇਹ ਸਾਰੇ, ਅਤੇ ਤੁਹਾਨੂੰ ਵੀ ਟੰਗਾਉਣਗੇ। ਚੇਤਰੇ ਚੇਤ ਅਜੋ ਜੀ ਮੈਂ ਜੜ, ਕਾਲ ਕਿਰਪਾ ਬਿਨ ਕਾਮਨਾ ਹੈ। ਵੀ ਆਪਣੇ ਆਪ ਨੂੰ ਚੇਤੋ, ਆਪਣੇ ਆਪ ਨੂੰ ਸਮਝੋ, ਆਪਣੇ ਆਪ ਨੂੰ ਜਾਣੋ। ਅਜੇ ਤਾਂ ਤੁਹਾਡੇ ਸਰੀਰ 'ਚ ਜਾਨ ਹੈਗੀ ਆ, ਇਹ ਕਾਲ ਦੀ ਹੀ ਕਿਰਪਾ ਹੋਣੀ ਆ ਤੁਹਾਡੇ 'ਤੇ। ਇਹ ਕਾਲ ਹੀ ਇਸ ਪੈਦਾ ਕੀਤੇ ਹੋਏ ਨੂੰ ਮਾਰ ਸਕਦਾ, ਇਹ ਆਪਣੇ ਆਪ ਨੂੰ ਆਪ ਹੀ ਮਾਰ ਸਕਦਾ। ਇਸ ਦਾ ਸੁਧਰਿਆ ਰੂਪ ਆ ਜਿਹੜਾ
ਤਾਹੇ ਪਛਾਨਤ ਹੈ ਨਾ ਮਹਾਪਸ਼ੂ, ਜਾਕੋ ਪ੍ਰਤਾਪ ਤੇ ਹੋ ਪੁਰ ਮਾਹੀ। ਉਸ ਨੂੰ ਪਛਾਣ ਨਹੀਂ ਰਹੇ ਮਹਾਪਸ਼ੂਓ, ਜਿਹਦਾ ਪ੍ਰਤਾਪ ਤਿੰਨਾਂ ਪੁਰੀਆਂ 'ਚ, ਜਿਹੜਾ ਸਾਰਿਆਂ ਨੂੰ ਚਲਾ ਰਿਹਾ। ਪੂਜਤ ਹੈ ਪਰਮੇਸ਼ਰ ਕੈ, ਜੇ ਕੈ ਪਰਸੈ ਪਰਲੋਕ ਪਰਾਹੀ। ਕਹਿੰਦਾ ਤੂੰ ਪੱਥਰਾਂ ਨੂੰ ਪਰਮੇਸ਼ਰ ਕਹਿ ਕੇ ਪੂਜਦਾ, ਜਿਹਦੇ ਭੁੱਲੇ ਤੇ ਪਰਲੋਕ ਚਲੇ ਜਾਏਗਾ, ਤੂੰ ਸਭ ਕੁਝ ਖਤਮ ਹੋ ਜਾਊਗਾ। ਪਾਪ ਕਰੋ ਪਰਮਾਰਥ ਕਹਿ, ਜੇ ਪਾਪਨ ਤੇ ਅਤੀ ਪਾਪ ਲਜਾਹੀ। ਕਹਿੰਦਾ ਪਾਪ ਕਹਿੰਦੇ ਹੋ ਪਰਮਾਰਥ ਕਹਿ ਕੇ, ਤੁਸੀਂ ਵੀ ਪਰਮਾਰਥ ਧਰਮ ਪਰਮਾਰਥ ਦਾ ਕੰਮ ਆ, ਪਰ ਅਸਲ 'ਚ ਤੁਸੀਂ ਪਾਪ ਕਰਾ ਰਹੇ ਹੋ ਪੱਥਰ ਦੀ ਪੂਜਾ ਕਰਾ ਕੇ। ਜਿਹੜੇ ਪੱਥਰ ਪੂਜਾ ਕਰ ਰਹੇ ਨੇ ਉਹਨਾਂ ਨੂੰ ਕਿਹਾ ਵੀ ਪਾਪ ਕਰੋ ਪਰਮਾਰਥ ਕਹਿ, ਜੇ ਪਾਪਨ ਤੇ ਅਤੀ ਪਾਪ ਲਜਾਈ। ਕਹਿੰਦੇ ਪਾਪ ਨੂੰ ਵੀ ਲੱਜਾ ਸ਼ਰਮ ਆ ਜੂਗੀ ਇਹ ਪਾਪ ਦੇਖ ਕੇ ਜਿਹੜਾ ਤੁਸੀਂ ਕਰ ਰਹੇ ਹੋ। ਪਾਏ ਪਰੋ ਪਰਮੇਸ਼ਰ ਕੈ, ਜੜ ਪਾਹਨ ਮੈਂ ਪਰਮੇਸ਼ਰ ਨਾਹੀਂ। ਪਰਮੇਸ਼ਰ ਦੀ ਅਸਲੀ ਪਰਮੇਸ਼ਰ ਹੈ ਜਿਹੜਾ, ਉਸ ਦੇ ਪੈਰੀ ਪੈ ਜੋ ਜੜ ਹੁੰਦਾ, ਜਿਹਨੂੰ ਜੋ ਸਰੀਰ ਨਾਲ ਚਿੰਬੜਿਆ ਹੋਇਆ, ਜੋ ਮਾਇਆ ਨਾਲ ਚਿੰਬੜਿਆ ਹੋਇਆ ਇਹ ਜੜ ਨਾਲ, ਉਹ ਉਸ ਨੂੰ ਜੜ ਕਿਹਾ ਹੋਇਆ ਵੀ ਇਹ ਮੂਰਖਾ ਜੋ ਮੂਰਖੋ ਪਰਮੇਸ਼ਰ ਦੇ ਪੈਰੀ ਪੋ। ਪਾਹਨ 'ਚ ਪਰਮੇਸ਼ਰ ਨਹੀਂ ਹੁੰਦਾ, ਪੱਥਰ 'ਚ ਪਰਮੇਸ਼ਰ ਨਹੀਂ ਹੁੰਦਾ। ਮੋਨ ਭਜੇ ਨਹੀਂ, ਮਾਨ ਤਜੇ ਨਹੀਂ, ਭੇਖ ਸਜੇ ਨਹੀਂ ਮੂੰਡ ਮੜਾਏ। ਨਾ ਹੋ ਮੋਨ ਧਰੇ ਤੇ ਆ, ਨਾ ਹੋ ਆਪਣਾ ਮਾਣ ਲਾਹੇ ਤੇ ਆ, ਇਕੱਲਾ ਮਾਣ ਲਾਹੇ ਤੇ ਵੀ ਨਹੀਂ ਮਿਲਣਾ, ਨਾ ਹੋ ਕੋਈ ਭੇਖ ਬਣਾਏ ਤੇ। ਹੁਣ ਜਿਹੜੇ ਸਿੱਖ ਭੇਖ ਸਮਝਦੇ ਨੇ ਕਕਾਰ ਪਾਉਣ ਨਾਲ ਵੀ ਐਵੇਂ ਕੋਈ ਪਰਮੇਸ਼ਰ ਮਿਲ ਜੂਗਾ, ਪ੍ਰਭ ਮਿਲ ਜੂਗਾ, ਇਹ ਵੀ ਗਲਤ ਆ। ਭੇਖ ਵੀ ਉਹਨਾਂ ਨੇ ਕੱਟਤਾ। ਭੇਖ ਸਜੇ ਨਹੀਂ ਮੂੰਡ ਮੰਡਾਏ, ਨਾ ਸਿਰ ਮਨਾਏ ਤੇ। ਜਿਹੜੇ ਬੂਦੀਆਂ ਰੱਖ ਕੇ ਜੋਗੀ ਸਿਰ ਮਨਾ ਲੈਂਦੇ ਨੇ, ਉਵੇਂ ਵੀ ਨਹੀਂ ਮਿਲਣਾ। ਕੰਠ ਨਾ ਕੰਠੀ ਕਠੋਰ ਧਰੇ ਨਹੀਂ, ਗਲ 'ਚ ਕੰਠ ਪਾ ਕੇ ਮਾਲਾ ਪਾ ਕੇ ਰੁਦਰਾਕਸ਼ ਜਾਂ ਜਿਹੜਾ ਕਹਿੰਦੇ ਹੁੰਦੇ ਨੇ ਉਹ ਪਾ ਕੇ ਵੀ ਨਹੀਂ ਮਿਲਦਾ। ਸੀਸ ਜਟਾਨ ਕੇ ਜੂਟ ਸੁਹਾਏ, ਸਿਰ 'ਤੇ ਜਟਾਂ ਰੱਖ ਕੇ ਕੇਸ ਰੱਖ ਕੇ ਇਹ ਤਾਂ ਵੀ ਨਹੀਂ ਮਿਲਦਾ। ਜਿਹੜੇ ਦਾੜੀ ਕੇਸ ਰੱਖ ਕੇ ਕਹਿੰਦੇ ਨੇ ਵੀ ਪਰਮੇਸ਼ਰ ਪਾਲਾਂਗੇ, ਤਾਂ ਵੀ ਨਹੀਂ ਮਿਲਦਾ, ਕੱਟਤਾ ਉਹਨਾਂ ਨੇ ਆਪੇ। ਸਾਚ ਕਹੂੰ ਸੁਣ ਲਓ ਚਿੱਤ ਦੇ, ਮੈਂ ਸੱਚ ਕਹਿ ਰਿਹਾ ਹੁਣ, ਚਿੱਤ ਦੇ ਕੇ ਸੁਣ ਲਿਓ। ਬਿਨਾਂ ਦੀਨ ਦਿਆਲ ਦੀ ਛਣ 'ਚ ਗਏ ਕੋਈ ਉਧਾਰ ਨਹੀਂ ਹੋਣਾ। ਪ੍ਰੀਤ ਕਰੇ ਪ੍ਰਭ ਪਾਇਤ ਹੈ, ਕਿਰਪਾਲ ਨਾ ਭੀਜਤ ਲਾਂਡ ਕਟਾਏ। ਇਹ ਮੁਸਲਮਾਨਾਂ ਨੂੰ ਕਹਿ ਦੀ ਗੱਲ, ਕਿਉਂਕਿ ਉਹ ਸੁੰਨਤ ਕਰਦੇ ਨੇ ਨਾ। ਕਹਿੰਦੇ ਪ੍ਰੀਤ ਕਰੇ ਪ੍ਰਭ ਪਾਇਤ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵੀ ਪ੍ਰੇਮ ਜਾਂ ਪ੍ਰੀਤ ਕਰੇ ਤੇ ਪ੍ਰਭ ਮਿਲਦਾ। ਕਿਰਪਾਲ ਨਾ ਭੀਜਤ ਲਾਂਡ ਕਟਾਏ, ਸੁੰਨਤ ਕਰਨ ਨਾਲ ਕਿਰਪਾਲ ਉਹ ਭਿੱਜਦਾ ਨਹੀਂ ਹੈਗਾ, ਉਹ ਪ੍ਰਭਾਵਿਤ ਨਹੀਂ ਹੁੰਦਾ ਹੈਗਾ। ਵਿੱਚੇ ਹਿੰਦੂ ਵਿੱਚੇ ਮੁਸਲਮਾਨ ਸਾਰੇ, ਤਾਂ ਹੀ ਤਾਂ ਹਿੰਦੂ ਮੁਸਲਮਾਨ ਇਹਨਾਂ ਦੇ ਵਿਰੁੱਧ ਹੋਏ ਸੀਗੇ। ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀਗਾ, ਕਿਹਦੇ ਗੱਲ ਕਰਕੇ? ਆਹ ਜਿਹੜੀਆਂ ਲਿਖੀਆਂ ਲਿਖਤਾਂ ਇਹਨਾਂ ਕਰਕੇ ਘੇਰਾ ਪਿਆ। ਹੋਰ ਕੀ ਕਾਰਨ ਹੋ ਸਕਦਾ? ਕੁਛ ਵੀ ਨਹੀਂ। ਹੋਰ ਉਹ ਕਿਹੜਾ ਕਿਸੇ ਦੀ ਜ਼ਮੀਨ ਜਾਂ ਕਿਸੇ ਦਾ ਰਾਜ ਖੋਹ ਰਹੇ ਸੀਗੇ? ਇਹਨਾਂ ਲਿਖਤਾਂ ਕਰਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀਗਾ। ਉਹਨਾਂ ਨੇ ਸੱਚ ਲਿਖਿਆ ਸੀ। ਹੁਣ ਇਹ ਐਡੀਆਂ ਗੱਲਾਂ ਕਹੀਆਂ ਹੋਈਆਂ ਨੇ ਸਨਾਤਨ ਮੱਤ ਤੇ ਇਸਲਾਮ ਮੱਤ ਦੇ ਵਿਰੁੱਧ, ਐਡੀਆਂ ਗੱਲਾਂ ਲਿਖਤੀਆਂ। ਜਿਹੜੇ ਰਸਤੇ 'ਤੇ ਅੱਜ ਸਿੱਖ ਪਿਆ ਹੋਇਆ, ਜੇ ਉਹਨਾਂ ਦਾ ਕੋਈ ਇਨਸਾਨ ਉੱਠ ਕੇ ਇਹ ਸਵਾਲ ਖੜਾ ਕਰੇ, ਆਹ ਪੱਥਰ ਪੂਜਾ ਕਰੇ ਤੇ ਜਾਂ ਆਹ ਕਿਰਪਾਲ ਨਾਲ ਭੇਜਤ ਲਾਂਡ ਕਟਾਏ, ਵੀ ਜੇ ਇਵੇਂ ਪ੍ਰਭ ਕਿਰਪਾਲ ਨਹੀਂ ਭੇਜਦਾ ਫਿਰ ਕਛਹਿਰਾ ਪਾਉਣ ਨਾਲ ਭਿੱਜ ਜੂਗਾ, ਕਿਰਪਾਨ ਪਾਉਣ ਨਾਲ ਭਿੱਜ ਜੂਗਾ। ਜੇ ਕੋਈ ਉਹਨਾਂ ਦਾ ਬੰਦਾ ਅੱਜ ਦੇ ਸਿੱਖਾਂ 'ਤੇ ਸਵਾਲ ਖੜਾ ਕਰੇ, ਫਿਰ ਇਹਨਾਂ ਕੋਲ ਕੀ ਜਵਾਬ ਆ? ਜੇ ਇਹ ਗੁਰਮਤ 'ਤੇ ਚੱਲਣ ਤਾਂ ਜਵਾਬ ਹੈ, ਨਹੀਂ ਕੋਈ ਜਵਾਬ ਹੈ। ਅੱਗੇ ਉਹ ਲਿਖਦੇ ਨੇ ਕਾਗਜ਼ ਦੀਪਕ ਸਵੇ ਕਰਕੇ ਹਰ ਸਾਤ ਸਮੁੰਦਰ ਕੀ ਮਸ। ਵੀ ਸਾਰੇ ਜਿੰਨੇ ਮਹਾਦੀਪ ਨੇ, ਧਰਤੀਆਂ ਨੇ, ਉਹਨਾਂ ਦਾ ਕਾਗਜ਼ ਬਣਾ ਲਓ, ਸਮੁੰਦਰਾਂ ਦੀ ਸਾਈ ਬਣਾ ਲਓ, ਸਾਰੀ ਬਨਸਪਤੀ ਕੱਟ ਕੇ ਲਿਖਣ ਵਾਲੀ ਕਲਮ ਬਣਾ ਲਓ। ਸਰਸਵਤੀ ਬਖਤਾ ਕਰਕੇ ਜੋ ਕਿ ਕੋਟ ਗਣੇਸ਼ ਕੇ ਹੱਥ ਲਿਖੇ ਹੈ। ਸਰਸਵਤੀ ਲਿਖਾ ਦੀ ਹੋਵੇ, ਗਣੇਸ਼ ਦੇ ਹੱਥ ਲਿਖ ਰਹੇ ਹੋਣ ਚੰਗੇ ਹੱਥ। ਕਾਲ ਕਿਰਪਾਨ ਬਿਨਾ ਬਿਨਤੀ ਨਾ ਹੋ, ਤੁਮਕੋ ਪ੍ਰਭ ਨੈ ਕਰਿਜੈ ਹੈ। ਚਾਹੇ ਜੋ ਮਰਜ਼ੀ ਕਰ ਲਓ, ਕਾਲ ਦੀ ਕਿਰਪਾ ਬਿਨਾ ਤੁਸੀਂ ਥੋੜ੍ਹਾ ਜਿਹਾ ਵੀ ਪ੍ਰਭ ਨਾਲ ਰਿੱਝ ਨਹੀਂ ਸਕਦੇ ਹੈਗੇ। ਆਪਣੇ ਅੰਦਰ ਆਪਣੇ ਆਪ ਆਪਣੇ ਮੂਲ ਨੂੰ ਜਾਣੇ ਬਿਨਾ ਤੁਸੀਂ ਪ੍ਰਭ ਨਾਲ ਤੁਹਾਡਾ ਮੇਲ ਨਹੀਂ ਹੋ ਸਕਦਾ। ਇਹ ਪਹਿਲਾ ਅਧਿਆਇ ਖਤਮ ਹੋ ਗਿਆ ਬਚਿੱਤਰ ਨਾਟਕ ਦਾ।